नमस्कार, ओम शांति। सतगुरु करता पुरख 'ਚ ਤੁਹਾਡਾ ਸਵਾਗਤ ਹੈ ਤੇ ਆइए स्वागत करते हैं साढ़े भ्राता निर्वेर भाई साहब का। ਤੁਹਾਡਾ स्वागत है भाई साहब। थैंक यू जी भाई साहब। भाई साहब, बाबा ने एक मुरली 'ਚ कहा था प्रत्यक्षता और प्रतिज्ञा ਤੇ ਦੋਨੋਂ ਦਾ ਬੈਲੈਂਸ सर्व आत्माओं ਨੂੰ बाप दादा द्वारा ब्लैसिंग प्राप्त होने का आधार है। इस जो फिर बाबा ने बोला था कि जान चली जाए लेकिन प्रतिज्ञा ना जाए। प्रतिज्ञा दृढ़ होने दे वास्ते कमज़ोर होने दा व प्रतिज्ञा च लूज होने दा एक ही मूल कारण है बहानेबाजी। इहदा की अर्थ होया? ਇਹਦਾ ਕੀ ਆ? मतलब असी किस गल च असी बहानेबाजी कर सकते? सानू तो पता है कि बाबा देखा करदा है, कर्मां दा हिसाब किताब है। ਗੱਲ ਇਹ ਹੈ, ਜਦੋਂ ਆਤਮਾ ਆਪਣੇ ਸੁਭਾਵਿਕ ਨੈਚੁਰਲ ਪਵਿੱਤਰ ਸਰੂਪ 'ਚ ਸਥਿਤ ਹੁੰਦੀ ਹੈ, ਉਸ ਵੇਲੇ ਮਨ 'ਚ ਬੜੀ ਉਛਲ ਆਉਂਦੀ ਹੈ, ਉਮੰਗ ਆਉਂਦੀ ਹੈ जी ਔਰ ਉਸ ਵੇਲੇ ਸ਼ਿਵ ਬਾਬਾ ਨੂੰ ਸਨਮੁਖ ਦੇਖਦੇ ਬਾਬਾ ਨਾਲ ਵਾਅਦਾ ਕਰਦੇ ਆ, जी ਜੋ ਵੀ ਆਪਣੀ ਕੋਈ ਕਮਜ਼ੋਰੀ ਹੁੰਦੀ ਹੈ ਬਈ ਅਸੀਂ ਇਹ ਹੁਣ ਦੁਬਾਰਾ ਉਸ ਕਮਜ਼ੋਰੀ ਦੇ ਅਨੁਸਾਰ ਕਦੀ ਸੰਕਲਪ ਨਹੀਂ ਕਰਾਂਗੇ ਜਾਂ ਉਸ ਕਮਜ਼ੋਰੀ ਦੇ ਅਨੁਸਾਰ ਕੋਈ ਬਾਣੀ 'ਚ ਇਹੋ ਜਿਹੇ ਸ਼ਬਦ ਨਹੀਂ ਯੂਜ਼ ਕਰਾਂਗੇ ਜਾਂ ਕੋਈ ਇਹੋ ਜਿਹਾ ਕਰਮ ਨਹੀਂ ਕਰਾਂਗੇ। ਉਸ ਵੇਲੇ ਇਤਨਾ ਉਮੰਗ ਹੁੰਦਾ ਹੀ। ਫਿਰ ਕਦੀ ਕਦੀ ਸਰਕਮਸਟੈਂਸਿਸ ਇਹੋ ਜਿਹੇ ਬਣ ਜਾਂਦੇ, ਸੰਗ ਇਹੋ ਜਿਹਾ ਮਿਲ ਜਾਂਦਾ ਹੀ, ਸਿਚੁਏਸ਼ਨ ਇਹੋ ਜਿਹੀ ਆ ਜਾਂਦੀ ਹੈ, ਉਸ ਵੇਲੇ ਉਹ ਜਿਹੜਾ ਪਹਿਲੇ ਸੰਕਲਪ ਕੀਤਾ ਉਹ ਦ੍ਰਿੜ ਨਹੀਂ ਰਹਿੰਦੇ, ਉਹਦੇ 'ਚ ਪਰਪੱਕਤਾ ਨਹੀਂ ਰਹਿੰਦੀ, ਢਿੱਲੇ ਹੋ ਜਾਂਦੇ ਤੇ ਫਿਰ ਬਹਾਨਾ ਕੋਈ ਨਾ ਕੋਈ ਲੱਭਦੇ ਨੇ। ਮਨ 'ਚ ਸੋਚਣਗੇ ਅੱਛਾ ਕੋਈ ਗੱਲ ਨਹੀਂ, ਅੱਜ ਥੋੜ੍ਹਾ ਜਿਹਾ ਮੈਂ ਥੋੜ੍ਹਾ ਜਿਹਾ ਐਕੂਰੇਟ ਨਹੀਂ ਰਹਿੰਦਾ, ਅੱਗੇ ਵਾਸਤੇ ਫਿਰ ਦੇਖਾਂਗਾ। ਤੇ ਇਸ ਤਰ੍ਹਾਂ ਇਹਨੂੰ ਦੂਸਰੇ ਸ਼ਬਦਾਂ 'ਚ ਕਹਾਂਗੇ ਕਿ ਮਾਇਆ ਆ ਕਰਕੇ ਉਹ ਵਿਅਕਤੀ ਦੀ ਜਿਹੜੀ ਮਾਨਸਿਕ ਸਥਿਤੀ ਹੈ ਉਸ ਨੂੰ ਕਰਪਟ ਕਰ ਦਿੰਦੀ ਹੈ। ਮਨ 'ਚ ਉਹ ਸੰਕਲਪ ਜਿਹੜੇ ਆ ਵਿਅਰਥ ਤੋਂ ਸ਼ੁਰੂ ਹੋਣਗੇ ਔਰ ਵਿਅਰਥ ਤੋਂ ਫਿਰ ਉਸ ਤੋਂ ਬਾਅਦ ਵਿਕਰਮਾਂ ਦੇ ਸੰਕਲਪ ਆ ਜਾਣਗੇ। अच्छा ਇਹ ਬੜੀ ਸੂਖਸ਼ਮ ਗੱਲ ਹੈਗੀ ਤੇ ਇਸ ਕਰਕੇ ਬੜਾ ਧਿਆਨ ਰੱਖਣ ਦੀ ਲੋੜ ਹੈ। ਚਾਰਟ ਜੋ ਲਿਖੀ ਦਾ ਹੀ ਉਹ ਲਿਖਣ ਦਾ ਔਰ ਕੋਈ ਮਤਲਬ ਹੀ ਨਹੀਂ ਹੈ। ਚਾਰਟ ਲਿਖਣਗੇ ਉਹ ਤੇ ਤੁਹਾਨੂੰ ਪਤਾ ਲੱਗੇਗਾ ਕਿ ਸਾਰੇ ਦਿਨ 'ਚ 24 ਘੰਟੇ ਤਾਂ ਬਹੁਤ ਹੁੰਦੇ ਆ, ਉਹਨਾਂ 'ਚੋਂ ਤੁਸੀਂ 12 ਘੰਟੇ ਹੀ ਸਮਝੋ। 12 ਵੀ ਨਹੀਂ, ਬਾਬਾ ਤੇ 8 ਘੰਟੇ ਕਹਿੰਦਾ ਹੈ। जी जी ਉਹ 8 ਘੰਟੇ ਤੁਹਾਡੇ ਕਿਸ ਤਰ੍ਹਾਂ ਬੀਤੇ, ਉਹਦੇ 'ਚ ਬਿਲਕੁਲ ਆਤਮਾ ਆਪਣੇ ਸੱਤੇ ਸਰੂਪ 'ਚ ਰਹੀ जी ਤੇ ਉਹ ਐਕੂਰੇਸੀ ਦੇਖਣੀ ਪੈਂਦੀ ਜੀ। उस च ब्लैसिंग प्राप्त होंदी। हाँ, अगर मेहनत करके मतलब एक दृढ़ संकल्प ਨਾਲ ਬਾਬਾ ਦੀ ਸ਼੍ਰੀਮਤ ਨੂੰ ਫੋਲੋ ਕਰਦੇ ਆ ਤੇ ਬਾਬਾ ਦੀ ਬਲੇਸਿੰਗਸ ਮਿਲਦੀਆਂ।
ਕਿਉਂ ਨਹੀਂ ਮਿਲਦੀ? ਜੀ ਅੱਛੇ ਬੱਚੇ ਹੁੰਦੇ ਆ ਘਰ 'ਚ, ਛੋਟੇ ਬੱਚੇ ਵੀ ਹੁੰਦੇ, ਬੜਾ ਬਹੁਤ ਸੁਸ਼ੀਲ ਹੁੰਦੇ ਆ, ਸੱਚ ਬੋਲਦੇ ਆ, ਨਮਰ ਹੋ ਕਰਕੇ ਗੱਲ ਕਰਦੇ ਹੈ। ਕੋਈ ਗੈਸਟ ਆ ਜਾਣ ਤੇ ਉਹਨਾਂ ਨੂੰ ਪੈਰੀਂ ਹੱਥ ਲਾਉਣਗੇ, ਸਤਿ ਸ੍ਰੀ ਅਕਾਲ ਕਹਿਣਗੇ, ਨਮਸਤੇ ਕਹਿਣਗੇ। ਜੀ ਤੇ ਉਹ ਬੱਚਿਆਂ ਨੂੰ ਹਰ ਕੋਈ ਪਿਆਰ ਵੀ ਦੇਗਾ, ਆਸ਼ੀਰਵਾਦ ਵੀ ਦੇਣਗੇ, ਔਰ ਬੜੀਆਂ ਅੱਛੀਆਂ ਗੱਲਾਂ ਵੱਡੇ ਹੋ ਕਰਕੇ ਤੁਸੀਂ ਇਹ ਬਹੁਤ ਅੱਛੀ ਸੇਵਾ ਕਰਨਗੇ। ਉਹ ਵੱਡੇ ਹੋ ਕਰਕੇ ਤੁਸੀਂ ਬੜਾ ਇੱਕ ਆਫਿਸਰ ਬਣਨਗੇ ਹੋ ਜਾਂ ਆਪਣਾ ਬਿਜ਼ਨਸ ਕਰਨਗੇ, ਕੁਛ ਵੀ ਹੋਏਗਾ, ਤੇ ਉਹ ਆਸ਼ੀਰਵਾਦ ਵੀ ਨਾਲ ਨਾਲ ਮਿਲਦੀ ਹੈ। ਭਾਜੀ ਇਸ 'ਚ ਇੱਕ ਬਹਾਨੇਬਾਜ਼ੀ ਜਿਹੜੀ ਗੱਲ ਆਈ ਥੀ, ਕਿਆ ਅਸੀਂ ਉਹ ਵੀ ਬਹਾਨਾ ਹੋਇਆ ਕਿ ਜਿੱਦਾਂ ਅਸੀਂ ਅੰਮ੍ਰਿਤ ਵੇਲੇ नहीं उठे, तबीयत थोड़ी ख़राब है या फिर बाबा रूम नहीं जा सके, और उस टाइम 2-3 या मिनट या 5 मिनट ਅਸੀਂ ਉੱਠ ਕੇ ਗੁੱਡ ਮਾਰਨਿੰਗ ਵਿਸ਼ ਕੀਤਾ ਔਰ ਬਾਬੇ ਨੂੰ ਬੋਲਿਆ ਕਿ ਵੀ ਬਾਬਾ ਹੁਣ ਅਸੀਂ ज़्यादा देर नहीं बैठ सकते, तबीयत ख़राब है या कुछ ऐसी गल है, ਤਾਂ ਕਿਆ ਉਹ ਬਹਾਨੇਬਾਜ਼ੀ ਹੋਈ ਜਾਂ नहीं, ਫਿਰ ਇੱਕ वो तो तबीयत की गल हो गई ना, फिर बहानेबाजी किस? बहानेबाजी तो वो है कि सवेरे 4 बजे अख ते खुल गई और बाबा दे पिक्चर की तरफ देखा, बाबा गुड मॉर्निंग, और फिर इसकी बजाय कि भाई अच्छी तरह बाबा की याद च मन लगाए, बस गुड मॉर्निंग करके और फिर माया की गोद च सौ गए। ਉਹ ਬਹਾਨੇਬਾਜ਼ੀ ਹੋਈ। ਉਹਨੂੰ ਕਹਿੰਦੇ ਬਹਾਨੇਬਾਜ਼ੀ। ਜੀ ਕਿਉਂਕਿ ਅਧਿਆਤਮਿਕ ਜੀਵਨ ਜਿਹੜਾ ਹੈ, ਇਹਦੀ ਫਾਊਂਡੇਸ਼ਨ ਜਿਹੜੀ ਹੈ ਉਹ ਈਸ਼ਵਰੀ ਗਿਆਨ ਔਰ ਈਸ਼ਵਰੀ ਯਾਦ, ਜਿਹਨੂੰ ਯਾਦ ਦੀ ਯਾਤਰਾ ਕਿਹਾ ਜਾਂਦਾ। ਅਗਰ ਅਸੀਂ ਅੱਛੀ ਤਰ੍ਹਾਂ ਨਹੀਂ ਕਰਾਂਗੇ ਜੀ तो फिर सानू फल भी नहीं मिलेगा। श्रेष्ठ कर्म करांगे तो वह बीज बोवांगे तो श्रेष्ठ कर्म का फल श्रेष्ठ मिलेगा। अच्छी साड़ी स्थिति बनेगी, श्रेष्ठ बनेगी। और अगर असी बाबा नाल वायदे ते मन नहीं मन करते रहे, प्रैक्टिकल नहीं किया, तो फिर रिजल्ट यही है। फिर मन खांदा रहेगा, मन ते वो जरा चेहरे ते खुशी होंदी वो नहीं रहेगी, और वही देखणगे। अगर एक्यूरेट तुसी अपना मन च बाबा नू याद भी करते हो, बाबा दे महावाक्य भी अच्छी तरह पढ़ते हो, सुनते हो, ਉਹਦੇ अनुसार ਤੁਹਾਡਾ विचार सागर मंथन ਚੱਲਦਾ ਹੀ, तो ਤੁਹਾਨੂੰ इंज लगेगा मैनू बड़ा खजाना मिल गया, और इस करके ਤੁਹਾਡੀ खुशी ਦਾ पारावार नहीं रहेगा। जी ਭਾਜੀ ਇੱਕ ਪ੍ਰਸ਼ਨ ਹੈ, ਬੈਲੈਂਸ ਦੀ ਹੀ ਗੱਲ ਹੈ, ਉਸ 'ਚ ਕਿਨ ਗੱਲਾਂ 'ਚ ਸਾਨੂੰ ਬੈਲੈਂਸ ਰੱਖਣਾ ਚਾਹੀਦਾ ਤੇ ਕਿਨ ਪਰਿਸਥਿਤੀ 'ਚ ਸਾਨੂੰ ਇੱਕ ਰਸ ਸਥਿਤੀ ਬਣਾਉਣੀ ਚਾਹੀਦੀ? ਬੈਲੈਂਸ ਦੇ ਨਾਲੇ ਪਰਿਸਥਿਤੀ, ਮਤਲਬ ਕਿਹੜੀ ਗੱਲਾਂ ਹੈ ਜਿਸ 'ਚ ਅਸੀਂ ਬੈਲੈਂਸ ਬਣਾ ਕੇ ਚੱਲੀਏ? ਤੁਸੀਂ ਤਾਂ ਅਨੁਭਵੀ ਹੈ ਇਸ ਗੱਲ 'ਚ, ਔਰ ਕਿਹੜੀ ਪਰਿਸਥਿਤੀ ਜਿਸ 'ਚ ਅਸੀਂ ਇੱਕ ਰਸ ਸਥਿਤੀ ਬਣਾ ਕੇ ਚੱਲੀਏ? बैलेंस कुछ बैलेंस रखना मानो ਤੁਹਾਡਾ ਆਪਣੀ ਜਿਹੜੀ ਸਥਿਤੀ ਹੈ ਉਹ बड़ी एक रस चाहिए है। शांत स्वरूप, प्रेम स्वरूप, आनंद स्वरूप, शक्ति स्वरूप बड़ी एक्यूरेट रहनी चाहिए। कदी तो तुसी बड़े खुशी च आ जाते हो, कदी तुसी नाराज़ हो जाते हो, कदी तुहाडे मन च बहुत ही सुख है और कदी मन च बड़ा ही दुख है, तो वो तो फिर एक रस नहीं हुई ना। तो इस करके
ਇਹ ਬੜੀ ਸੂਖਸ਼ਮ ਪੁਰਸ਼ਾਰਥ ਦੀ ਗੱਲ ਹੈ ਕਿ ਮਾਨਸਿਕ ਸਥਿਤੀ ਤੁਹਾਡੀ ਕੀ ਰਹਿੰਦੀ ਹੈ, ਉਹਦੇ ਉੱਪਰ ਬੜਾ ਧਿਆਨ ਚਾਹੀਦਾ ਹੈ, ਕਿਉਂਕਿ ਤੁਹਾਡੇ ਸਪੀਚ ਔਰ ਕਰਮ ਦਾ ਆਧਾਰ ਹੈ ਮਾਨਸਿਕ ਸਥਿਤੀ। ਮਨਸਾ 'ਚ ਪਹਿਲੇ ਸੰਕਲਪ ਆਏਗਾ, ਫਿਰ ਉਹ ਵਾਣੀ 'ਚ ਆਏਗਾ ਜਾਂ ਦ੍ਰਿਸ਼ਟੀ 'ਚ ਆਏਗਾ। ਤੇ ਇਸ ਕਰਕੇ ਬਹੁਤ ਐਕੂਰੇਸੀ ਚਾਹੀਦੀ ਹੈ ਮਨਮਨਾ ਭਾਵ, ਉਸ 'ਤੇ ਅਭਿਆਸ ਦੀ। ਬਾਬਾ ਨੇ ਖਾਸ, ਤੁਸੀਂ ਦੇਖੋ ਸਾਰੇ ਗਿਆਨ ਦਾ ਸਾਰ ਇਹ ਇੱਕ ਸ਼ਬਦ 'ਚ ਆਇਆ ਹੈ, ਮਨਮਨਾ ਭਾਵ ਮਧਿਆ ਜੀ ਭਾਵ। ਮਨ ਮੇਰੇ ਸਾਥ ਲਗਾਓ, ਫਿਰ ਮਧਿਆ ਜੀ ਭਾਵ। ਮਨਾ ਆਪਣਾ ਲਕਸ਼ ਹੈ ਜਿਹੜਾ ਜੀਵਨ ਦਾ, नर से नारायण बनना, नारी तो श्री लक्ष्मी बनना, विष्णु स्वरूप सामने रहे, सर्वगुण संपन्न स्वरूप। तो ये बड़ी महीन गल है, ਉਹਦੇ ਤੇ ਸਾਡਾ ਧਿਆਨ ਕਿੰਨਾ ਰਹਿੰਦਾ ਹੈ। ਇਸ 'ਚ ਇੱਕ ਗੱਲ ਹੋਰ ਆਉਂਦੀ ਭਾਜੀ ਕਿ ਜਿੱਦਾਂ ਬੋਲਦੇ ਕਿ ਮੂੜੀ ਆਦਮੀ, ਮੂੜੀ ਵਿਅਕਤੀ, ਇੱਕ ਗੱਲ 'ਚ ਜਿਵੇਂ ਤੁਸੀਂ ਬੋਲੇ ਇੱਕ ਰਸ ਸਥਿਤੀ ਬਣਾਉਣ ਵਾਸਤੇ ਇਸ ਪਲ ਸਾਡੇ ਵਰਗੋ ਹੱਸ ਬੋਲ ਕੇ ਬੋਲਿਆ ਕਰਦਾ, ਲੇਕਿਨ ਦੂਜੇ ਪਲ ਉਹ ਆਪਣਾ ਮੂਡ ਹੋ ਗਿਆ, ਤਾਂ ਉਸ ਨੂੰ ਕਿਆ ਸਵਾਭਿਮਾਨੀ ਵਿਅਕਤੀ ਬੋਲਿਆ ਜਾਂਦਾ ਜਾਂ ਫਿਰ ਕਿਆ ਮੂੜੀ ਵਿਅਕਤੀ ਨੂੰ ਤੁਸੀਂ ਕਿਆ ਬੋਲਦੇ? ਮੇਰੇ ਕੋਲੋਂ ਪੁੱਛਦੇ ਹੋ ਤਾਂ ਮੂੜਮਤੀ ਕਹਾਂਗੇ ਜੀ। ਗਿਆਨੀ ਤੋਂ ਆਤਮਾ ਜੀ, ਤੇ ਉਹ ਬਹੁਤ ਸਭ्य ਵਿਅਕਤੀ ਹੋਏਗਾ। ਉਹਦੀ ਬੋਲ ਚਾਲ ਜੋ ਕੁਝ ਵੀ ਹੋਏਗੀ ਬੜੀ ਸਭ्यता ਵਾਲੀ ਹੋਏਗੀ। ਉਹ ਕਦੀ ਇਸ ਪਾਸੇ ਤੇ ਕਦੀ ਇਸ ਪਾਸੇ ਨਹੀਂ ਹੋਏਗਾ। ਬਹੁਤ ਸੁਸ਼ੀਲ ਹੋਏਗਾ, ਬਹੁਤ ਸ਼ਾਂਤ ਰਹੇਗਾ, ਬਹੁਤ ਮੁਸਕਰਾਉਂਦਾ ਰਹੇਗਾ, खुश रहेगा, खुश करेगा। जी पाजी, अगला प्रश्न है कि लक्ष्य और लक्षण दोनों एक समान होने चाहिए, ये किद्दां हो सकता? क्योंकि वही गल आ गई कि साडी स्थिति तो डामाडोल हो ही जाती, लेकिन एक स्थिर बना के किद्दां रखिए? नहीं, वो कई अपने पंजाबी च कई कहानियां हैगियां। लक्ष्य जी, एक कोई सिर ते घड़ा एक घी दा ले करके जा रहा सी बाजार जी, बेचण वास्ते। जी जी। और बड़ा मन च आ रहा सी मैं ये बेचांगा, फिर मैनू ਉਹਦੇ पैसे मिलणगे, फिर मैं उस तो बच्चों वास्ते की करांगा होर की करांगा। ਉਹ सोचते सोचते अचानक किते पैर ਉਹਦਾ ठोकर खा ली। ठोकर खा ली तो वो घड़ा टूट गया, घी गिर गया नीचे। तो घी जो वेस्ट हो गया, फिर वो बेचारे ਦਾ सारा ही ਉਹਨੂੰ ਕਹਿੰਦੇ ਸੀ ਸ਼ੇਖ ਚਿੱਲੀ ਵਾਲੇ। ਸ਼ੇਖ ਚਿੱਲੀ ਦਾ ਇਹ ਇੱਕ ਮਿਸਾਲ ਦਿੰਦੇ ਆ ਜੀ। ਵਈ ਇਸ ਤਰ੍ਹਾਂ ਦੇ ਪਲੈਨਿੰਗ ਕਰਨਾ, ਲੇਕਿਨ ਐਕੂਰੇਟ ਨਹੀਂ ਰਹਿਣਾ। ਤੇ ਇਹ ਬਹੁਤ ਹੀ ਮਹੀਨਤਾ ਗੱਲਾਂ ਹੈਗੀਆਂ, ਮਹੀਨਤਾ ਦੀਆਂ, ਕਿ ਤੁਸੀਂ ਗਿਆਨ ਦੇ ਅਨੁਸਾਰ, ਗਿਆਨ ਦੇ ਆਧਾਰ ਤੇ, ਕਿਉਂਕਿ ਗਿਆਨ ਦਾ ਮਤਲਬ ਹੈ ਸਮਝ। ਜੋ ਤੁਸੀਂ ਈਸ਼ਵਰੀ ਗਿਆਨ ਲੈ ਆਏ, ਉਸ ਈਸ਼ਵਰੀ ਗਿਆਨ 'ਚ ਕਰਮ, ਅਕਰਮ, ਵਿਕਰਮ, ਪਾਪ ਕਰਮ, ਪੁੰਨ ਕਰਮ, ਇਹ ਸਭ ਦਾ ਗਿਆਨ ਮਿਲਦਾ ਹੈ।
ਤੇ ਇਸ ਕਰਕੇ ਗਿਆਨੀ ਤੂੰ ਆਤਮਾ, ਜਿਹਨੂੰ ਬਾਬਾ ਕਹਿੰਦਾ ਹੀ ਗਿਆਨੀ ਤੂੰ ਆਤਮਾ ਮੁਝੇ ਬਹੁਤ ਪ੍ਰਿय ਹੈ, ਲੇਕਿਨ ਫਿਰ ਉਹਦੇ ਨਾਲ ਦੂਸਰੀ ਗੱਲ ਕਹਿੰਦਾ ਹੈ, योगी तो आत्मा मुझे बहुत प्रिय है। क्यों? कि ਗਿਆਨੀ ਤੋਂ ਆਤਮਾ ਐਕੂਰੇਟ ਰਹੇ, ਉਹਦੇ ਵਾਸਤੇ ਉਹਦਾ ਮਨ ਸ਼ਿਵ ਬਾਬਾ ਨਾਲ ਲੱਗਿਆ ਜਾਵੇ ਜੀ, ਤਾਂ ਉਹ ਦ੍ਰਿੜਤਾ ਰਹੇਗੀ ਮਨ 'ਚ, ਤੇ ਮਨ ਫਿਸਲੇਗਾ ਨਹੀਂ ਫਿਰ। ਇਸ ਕਰਕੇ ਕਿਹਾ ਜਾਂਦਾ ਹੀ ਕਿ ਗਿਆਨੀ ਔਰ ਯੋਗੀ ਦੋਨੋਂ ਆਤਮਾ ਜਿਹੜੇ ਆ ਉਹ ਬਾਬਾ ਨੂੰ ਬੜੇ ਪ੍ਰਿय ਹੈ। ਕਿਉਂ ਪ੍ਰਿय ਹੈ? ਕਿਉਂਕਿ ਬਾਬਾ ਦੀ ਸ਼੍ਰੀਮਤ ਤੇ ਉਹ ਐਕੂਰੇਟ ਚੱਲਦੇ ਨੇ। ਅਗਰ ਉਹ ਐਕੂਰੇਟ ਨਹੀਂ ਚੱਲਦੇ ਆ ਤਾਂ ਫਿਰ ਤੁਸੀਂ ਜਾਣਦੇ ਹੋ ਉਹਦੀ ਰਿਜ਼ਲਟ ਕੀ ਆ। ਹਾਂਜੀ, ਸਵ-ਉੱਨਤੀ ਸੋ ਉન્નਤੀ। ਹਾਂ ਜੀ, ਤੇ ਸੇਵਾ 'ਚ ਉੱਨਤੀ, ਹਾਂ, ਇਹ ਦੋਨਾਂ 'ਚ ਕਿੱਦਾਂ ਅਸੀਂ ਆਪਣੇ ਆਪ ਨੂੰ ਸਥਿਰ ਰੱਖੀਏ, ਬੈਲੈਂਸ ਬਣਾਈਏ? ਸੋ ਉન્નਤੀ ਤੇ ਈਸ਼ਵਰੀ ਗਿਆਨ ਨੂੰ ਠੀਕ ਤਰ੍ਹਾਂ ਕੋਈ ਸਮਝੇ, ਯੋਗ ਦੀ ਅੱਛੀ ਤਰ੍ਹਾਂ ਸਮਝ ਹੋਏ ਔਰ ਅਭਿਆਸ ਕਰੇ, ਤੇ ਉਹਦੇ ਫਲ ਸਰੂਪ ਆਤਮਾ 'ਚ ਜੋ ਕਮਜ਼ੋਰੀ ਹੈ ਉਹ ਖਤਮ ਹੁੰਦੀ ਹੈ। ਆਤਮਾ ਬਾਪ ਸਮਾਨ ਬਣਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ, ਪਰਮਾਤਮਾ ਪਿਤਾ ਦੇ ਸਮਾਨ ਬਣਨਾ ਇਹ ਕੋਈ ਮਾਸੀ ਦਾ ਘਰ ਨਹੀਂ ਹੈ। ਬਹੁਤ ਮਿਹਨਤ ਹੈ ਇਹਦੇ 'ਚ। ਤੇ ਜਿਤਨਾ ਜਿਤਨਾ ਉਹਦਾ ਇੱਕ ਅਟੈਂਸ਼ਨ ਰਹੇਗਾ, ਲਕਸ਼ ਰਹੇਗਾ, ਅਟੈਂਸ਼ਨ ਰਹੇਗਾ, ਅਭਿਆਸ ਕਰਨਗੇ ਉਹ, ਉਤਨਾ ਤੁਸੀਂ ਆਪਣੇ ਆਪ ਨੂੰ ਦੇਖਣਗੇ ਹੋ ਕਿ ਜੋ ਬਾਬਾ ਦੇ ਵਿਚਾਰ ਸੋ ਤੁਹਾਡੇ ਵਿਚਾਰ। ਜੀ, ਜਿਸ ਤਰ੍ਹਾਂ ਦੀ ਬਾਬਾ ਦਾ ਦ੍ਰਿਸ਼ਟੀਕੋਣ ਹੋਈ ਤੁਹਾਡਾ ਦ੍ਰਿਸ਼ਟੀਕੋਣ। ਇਹ ਪ੍ਰੈਕਟੀਕਲ ਹੁੰਦਾ ਜਾਏਗਾ। ਔਰ ਸੈਲਫ ਪ੍ਰੇਜ਼ ਇਜ਼ ਨੋ ਰਿਕਮੈਂਡੇਸ਼ਨ। ਅਸੀਂ ਆਪਣੇ ਆਪ ਨੂੰ ਕਹਿੰਦੇ ਰਹੀਏ ਕਿ ਅਸੀਂ ਤਾਂ ਹੁਣ ਗਿਆਨੀ ਤੋਂ ਆਤਮਾ ਬਣ ਗਏ, ਅਸੀਂ ਤਾਂ ਹੁਣ ਯੋਗੀ ਤੋਂ ਆਤਮਾ। ਨਹੀਂ, ਸਾਡੀ ਚਾਲ ਚੱਲਣ ਤੋਂ ਪਤਾ ਲੱਗਣਾ ਚਾਹੀਦਾ, ਦੂਸਰਿਆਂ ਨੂੰ ਪਤਾ ਲੱਗਣਾ ਚਾਹੀਦਾ। ਇਸ ਕਰਕੇ ਉਹ 3 ਸ਼ਬਦ ਬਾਬਾ ਨੇ ਕਹੇ ਨੇ। ਇੱਕ ਤੇ ਸੋ ਪਸੰਦ ਜੀ, दूसरा है लोक पसंद, तीसरा है प्रभु और पसंद। तीसरा प्रभु बाप पसंद। ਉਹ ਦੇਖਣਾ ਹੀ ਅਸੀਂ ਇਹ ਤਿੰਨਾਂ ਗੱਲਾਂ 'ਚ ਪਾਸ ਹੈਗੇ ਹਾਂ। ਉਹ ਹੋਈ ਸਵ-ਉੱਨਤੀ। ਹਾਂ, ਉਹ ਹੋਈ ਸਵ-ਉੱਨਤੀ। ਤੇ ਸੋ ਉન્નਤੀ ਦਾ ਮਤਲਬ ਹੀ ਕੀ ਹੈ? ਸੋ ਮਨ ਆਤਮਾ, ਆਤਮਿਕ ਉન્નਤੀ। तो उन्नति किस तरह होएगी? जितना जितना अभ्यास च एक्यूरेट रहणगे, उस तो ही पता लगता ही कि भाई हाँ, पहले तुसी सारे दिन च जो भी कर्म करते या जो भी संकल्प करते वो ਤੁਸੀਂ ਨੋਟ ਕਰੋ ਅਗਰ, ਤਾਂ ਪਤਾ ਲੱਗਦਾ ਹੀ ਕਿ ਕਿਤਨੇ % ਤੁਹਾਡੇ ਸੰਕਲਪ ਜਿਹੜੇ ਸੀ ਉਹ ਯਥਾਰਥ ਹੈਗੇ ਸੀ, ਕਿਤਨੇ % ਸੰਕਲਪ ਜਿਹੜੇ ਸੀ ਉਹ ਵਿਅਰਥ ਗਏ। ਉਹ ਵੀ ਪਤਾ ਲੱਗ ਜਾਂਦਾ ਹੀ। ਕਿਤਨੇ % ਸੰਕਲਪ ਤੁਹਾਡੇ ਗਿਆਨੀ ਤੋਂ ਆਤਮਾ ਦੇ ਰੂਪ 'ਚ ਰਹੇ, ਕਿਤਨੇ ਸੰਕਲਪ ਤੁਹਾਡੇ ਅਗਿਆਨੀ ਰੂਪ 'ਚ ਰਹੇ, ਇਹ ਸਾਰਾ ਪਤਾ ਲੱਗਦਾ। ਤੇ ਅਭਿਆਸ ਤੇ ਬੜਾ ਮਹੀਨ ਹੈ ਨਾ। ਔਰ ਜਦੋਂ ਅਭਿਆਸ ਕਰਦੇ ਕਰਦੇ ਕਰਦੇ
ਹੁਣ ਮੈਂ ਕੀ ਦੱਸਾਂ ਤੁਹਾਨੂੰ, ਐਵੇਂ ਹੀ ਇਹ ਭਗਤੀ ਮਾਰਗ 'ਚ ਲੋਕਾਂ ਨੇ ਨਹੀਂ ਕਿਹਾ ਵੀ ਈਸ਼ਵਰ ਪ੍ਰਾਪਤੀ ਇਤਨੀ ਸਹਿਜ ਨਹੀਂ ਹੈ। ਜੀ ਉਹ ਤਾਂ ਭਗਤੀ 'ਚ ਤਾਂ ਕਹਿੰਦੇ, ਕੋਈ ਕਹਿੰਦਾ ਸੀ ਘੱਟ ਤੋਂ ਘੱਟ 10,000 ਸਾਲ ਕੋਈ ਤਪੱਸਿਆ ਕਰੇ, ਕੋਈ ਕਹੇਗਾ 5,000 ਸਾਲ ਤਾਈਂ ਤਪੱਸਿਆ ਕਰੇ, ਕੋਈ ਕਿਸੇ ਨੇ 100 ਸਾਲ 'ਚ ਹੀ ਪੂਰਾ ਕਰਨ ਦੀ ਗੱਲ ਕੀਤੀ। ਪਰ ਇਤਨੀ ਤਪੱਸਿਆ 'ਚ ਕਰਨਾ ਕੀ ਹੈ? ਜੀ ਕਰਨਾ ਹੈ ਸਭ ਤੋਂ ਮੁਸ਼ਕਿਲ ਜੋ ਦੁਨੀਆ 'ਚ ਮਸ਼ਹੂਰ ਹੈ, ਮਨ ਇੱਕ घोड़ा है, अगर उसकी लगाम ਤੁਹਾਡੇ ਹੱਥ 'ਚ ਨਹੀਂ ਹੈ ਤਾਂ ਕਦੀ ਕਿਤੇ ਜਾਏਗਾ, ਕਦੀ ਕਿਤੇ ਜਾਏਗਾ, ਕਦੀ ਕਿਤੇ ਜਾਏਗਾ। ਜੀ ਇਸ ਕਰਕੇ ਮਨ ਭਾਵ ਦੀ ਲਗਾਮ ਅਗਰ ਤੁਹਾਡੀ ਠੀਕ ਹੈ। ਹੱਥ 'ਚ ਹੈਗੀ ਹੈ ਤੇ ਫਿਰ ਉਹ ਬੜਾ ਐਕੂਰੇਟ ਚੱਲੇਗਾ। ਇਹ ਬੜੀ ਲੰਬੀ ਚੌੜੀ ਗੱਲਾਂ ਆਈਆਂ। ਜੀ 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 ਭਾਜੀ, ਤਾਂ ਇਹ ਸਾਰੀ ਗੱਲਾਂ ਦੇਖਦੇ ਔਰ ਸੁਣਦੇ ਹੋ, ਤੁਹਾਡਾ ਅਨੁਭਵ ਸੁਣਨ ਦੇ ਨਾਲ ਕਿਆ ਤੁਸੀਂ ਥੋੜ੍ਹੇ ਦੇਰ ਹੋਰ ਫਿਰ ਅੱਜ ਸਾਨੂੰ ਯੋਗ ਕਰਵਾ ਸਕਦੇ? ਹੁਣ ਤੁਸੀਂ ਯੋਗ ਦੀ ਗੱਲ ਪੁੱਛੀ ਹੈ। ਬਾਬਾ ਨੇ ਯੋਗ ਨੂੰ ਕਿਹਾ ਹੀ ਯਾਦ। ਜੀ ਕਿਸ ਦੀ ਯਾਦ? ਪਰਮਾਤਮਾ ਦੀ, ਬਾਪ ਦੀ। ਪਰਮਾਤਮਾ ਦੀ, ਵਾਹਿਗੁਰੂ ਦੀ, ਜੋ ਵੀ ਤੁਸੀਂ ਕਹੋ। ਯਾਦ ਕਰਨਾ, ਕਿਉਂ ਯਾਦ ਕਰਨਾ? ਕਦੀ ਤੁਸੀਂ ਇਹ ਨਹੀਂ ਸੁਣਿਆ ਹੋਏਗਾ ਆਪਣੇ ਪਿਤਾ ਜੀ ਨੂੰ ਯਾਦ ਕਰੋ, ਸੁਣਿਆ ਕਦੀ? ਨਹੀਂ। ਉਹ ਆਪਣੇ ਆਪ ਯਾਦ ਰਹਿੰਦਾ ਹੀ, ਜੀ ਕਦੀ ਨਹੀਂ ਭੁੱਲਦੇ ਉਹ। ਜੀ ਕਿਤੇ ਪੇਪਰ ਲਿਖਦੇ ਨੇ ਤੇ ਉੱਥੇ ਆਉਂਦਾ ਹੀ ਇੱਕ ਬਈ ਤੁਹਾਡਾ ਸ਼ੁਭ ਨਾਂ ਕੀ ਹੈ, ਜੀ ਤੁਹਾਡੇ ਪਿਤਾ ਦਾ ਨਾਂ ਕੀ ਹੈ, ਫਟਾਫਟ ਲਿਖ ਦਿੰਦੇ ਆ। ਜੀ ਪਰ ਕਦੀ ਇਹ ਤੁਹਾਡੇ ਮਨ 'ਚ ਨਹੀਂ ਆਏਗਾ ਪਰਲੌਕਿਕ ਪਿਤਾ ਦਾ ਨਾਂ ਕੀ। ਨਾਮ ਔਰ ਅਗਰ ਦੇਖਿਆ ਜਾਏ ਤੇ ਪਰਮਾਤਮਾ ਪਿਤਾ ਦੇ ਨਾਲ ਸਾਡਾ ਅਨਾਦਿ ਅਵਿਨਾਸ਼ੀ ਬਾਪ ਔਰ ਬੱਚੇ ਦਾ ਸੰਬੰਧ ਹੈ, ਜੀ ਉਹ ਸਾਨੂੰ ਭੁੱਲ ਜਾਂਦਾ ਹੈ। ਕਿਉਂ? ਇਹ ਦੇਹ ਦੇ ਸੰਬੰਧ 'ਚ ਆ ਕਰਕੇ ਦੇਹ ਦੇ ਸੰਬੰਧੀਆਂ ਨੂੰ ਯਾਦ ਕਰਾਂਗੇ, ਮਾਤਾ ਪਿਤਾ ਭਾਈ ਬੰਧੂ ਸਭ, ਤੇ ਉਹ ਜਿਹੜਾ ਅਸਲੀ ਸਰੂਪ ਹੈ ਉਹ ਯਾਦ ਨਹੀਂ ਰਹਿੰਦਾ। ਇਸ ਕਰਕੇ ਬਾਬਾ ਬਾਰ ਕਹਿੰਦਾ ਹੀ, ਦੇ ਸਹਿਤ दे के सब धर्म, दे के सर्व संबंधों से बुद्धि योग निकाल कर स्वयं को आत्मा निश्चय करो। आप ज्योति स्वरूप आत्मा है और पिता परमात्मा भी ज्योति स्वरूप है। उस गल नूं लै करके बड़ी महीनता नाल, बड़ी सूक्ष्म अपनी स्थिति ਨੂੰ ਬਣਾ ਕਰਕੇ ਲਾਈਟ ਜੋਤੀ ਬਿੰਦੂ 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 ਕਹਿਣ ਨਾਲ ਕਈ ਵਾਰ ਬਿੰਦੂ ਖਿਸਕ ਜਾਂਦਾ ਹੀ, ਇਸ ਕਰਕੇ ਜੋਤੀ ਸਰੂਪ शिव बाबा और सालीग्राम, ਉਹ ਸਰੂਪ ਤੁਹਾਡਾ ਲਾਈਟ 'ਚ ਅਗਰ ਤੁਹਾਡੇ ਮਨ 'ਚ ਆ ਜਾਏ ਤੇ ਸ਼ਿਵ ਬਾਬਾ ਦੇ ਸਾਥ ਆਪਣੇ ਆਪ ਨੂੰ ਤੁਸੀਂ ਦੇਖੋ। ਜਿਸ ਤਰ੍ਹਾਂ ਰਾਤ ਨੂੰ ਤਾਰੇ ਇੱਕ ਦੋ ਦੇ ਨਜ਼ਦੀਕ ਦੇਖੀਦੇ ਆ,
ਤੇ ਅਸੀਂ ਆਤਮਾ ਵੀ ਲਾਈਟ ਸਰੂਪ ਔਰ ਸਦਾ ਆਤਮਾ ਦੇ ਜਿਹੜੇ ਅਨਾਦਿ ਅਵਿਨਾਸ਼ੀ ਪਿਤਾ ਹੈ, ਜਿਸ ਦਾ ਨਾਂ ਹੀ ਹੈ ਕਲਿਆਣਕਾਰੀ ਹੋਣ ਕਰਕੇ ਪਰਮ ਪਿਤਾ ਪਰਮਾਤਮਾ ਸ਼ਿਵ, ਉਹਨਾਂ ਦੇ ਨਾਲ ਬਹੁਤ ਪਿਆਰ ਚਾਹੀਦਾ ਹੈ। ਅਗਰ ਤੁਸੀਂ ਅਵਿਅਕਤ ਮੁਰਲੀ ਪੜ੍ਹੋ, ਸਾਕਾਰ ਮੁਰਲੀ ਪੜ੍ਹੋ, ਉਹਦੇ ਵਿੱਚ ਖਾਸ ਬਾਬਾ ਨੇ ਬੜੇ ਪਿਆਰ ਨਾਲ ਇਸ਼ਾਰੇ ਦਿੱਤੇ ਨੇ, ਬੱਚੇ ਆਪਣੇ ਦਿਲੋਂ ਕਹੋ ਤੁਸੀਂ ਬਾਬਾ ਬਸ, ਤੇ ਬਾਬਾ ਤੁਹਾਡੇ ਸੰਕਲਪ 'ਚ, ਤੁਹਾਡੀ ਸਿਮਰਤੀ 'ਚ ਆ ਜਾਏਗਾ ਔਰ ਤੁਹਾਨੂੰ ਇਤਨਾ ਆਨੰਦ ਆਏਗਾ ਕਿ ਹੋਰ ਕੁਝ ਸੋਚਣ ਦੀ ਲੋੜ ਹੀ ਨਹੀਂ ਰਹੇਗੀ। ਬਾਬਾ ਦੀ ਯਾਦ 'ਚ ਮਨ ਲੱਗ ਜਾਏ, ਬਾਬਾ ਦੇ ਨਾਲ ਬੜਾ ਹੀ ਪਿਆਰ ਦਾ, ਸਮੀਪਤਾ ਦਾ ਅਨੁਭਵ ਕਰਨਾ, ਇਸ ਤੋਂ ਵੱਡਾ ਤਾਂ ਕੋਈ ਦੂਸਰਾ ਪ੍ਰਾਪਤੀ ਦਾ ਸਰੂਪ ਨਹੀਂ ਨਜ਼ਰ ਆਉਂਦਾ। ਔਰ ਬਹੁਤ ਲਾਈਟ ਫੀਲ ਕਰਨਗੇ ਉਹ, ਔਰ ਸਰਵ ਸ਼ਕਤੀਵਾਨ ਦੇ ਨਾਲ ਇਤਨਾ ਸਮੀਪਤਾ ਦਾ ਜਦੋਂ ਸੰਬੰਧ ਜੁੜਦਾ ਹੀ ਤੇ ਮਨ ਬੜਾ ਲਾਈਟ ਹੋ ਜਾਂਦਾ, ਬੜਾ ਖੁਸ਼ੀ 'ਚ ਆ ਜਾਂਦਾ ਹੀ, ਔਰ ਸਦਾ ਹੀ ਦਿਲ ਹੁੰਦੀ ਹੈ ਬਸ ਬਾਬਾ ਹੁਣ ਤੁਸੀਂ ਸਦਾ ਹੀ ਮੈਨੂੰ ਆਪਣੇ ਨਾਲ ਰੱਖੋ। ਤੇ ਇਹ ਬੜੀ ਛੋਟੀ ਛੋਟੀ ਗੱਲਾਂ ਹੈਗੀਆਂ ਹੀ, ਲੇਕਿਨ ਆਤਮਾ ਦੀ ਪਰਮਾਤਮਾ ਪਿਤਾ ਦੇ ਨਾਲ ਜਿਹੜੀ ਪ੍ਰੀਤ ਹੈ, ਇਹ ਬਹੁਤ ਵੈਲਿਊਏਬਲ, ਬਹੁਤ ਹੀ ਅਮੁੱਲ ਹੈਗੀ ਹੈ। ਅਸੀਂ ਦੇਖੋ ਇਸ ਸੰਸਾਰ 'ਚ ਰਹਿੰਦੇ ਹਾਂ, ਆਤਮਾ ਦੀ ਆਤਮਾ ਨਾਲ ਪ੍ਰੀਤ ਹੁੰਦੀ ਹੈ, ਪਰ ਉਹਦੇ 'ਚ ਲਿਮਿਟੇਸ਼ਨਸ ਆ ਜਾਂਦੀਆਂ ਹੀ। ਲੇਕਿਨ ਸ਼ਿਵ ਬਾਬਾ, ਨਿਰਾਕਾਰ ਪਿਤਾ ਪਰਮਾਤਮਾ, ਵਾਹਿਗੁਰੂ, ਉਹਨਾਂ ਦੇ ਨਾਲ ਅਗਰ ਤੁਹਾਡਾ ਮਨ ਲੱਗ ਜਾਏ, ਉਹਨਾਂ ਦੇ ਨਾਲ ਸੱਚੀ ਪ੍ਰੀਤ ਜੁਟ ਜਾਏ, ਤੇ ਫਿਰ ਤੁਹਾਨੂੰ ਬਾਕੀ ਸਭ ਗੱਲਾਂ ਉਹਦੇ 'ਚ ਕੋਈ ਰਸ ਨਹੀਂ ਮਿਲਦਾ, ਨੀਰਸਤਾ ਲੱਗਦੀ ਹੈ। ਗੁਰੂ ਨਾਨਕ ਦੇਵ ਜੀ ਨੇ ਐਵੇਂ ਹੀ ਨਹੀਂ ਕਿਹਾ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਖੁਮਾਰੀ ਚੜ ਜਾਂਦੀ ਹੈ, ਲੇਕਿਨ ਕਿਹਨੂੰ ਚੜੇਗੀ? ਸਿਰਫ ਗੱਲਾਂ ਨਾਲ ਨਹੀਂ ਹੋਏਗੀ। ਚੁੱਪ ਕਰਕੇ ਸਾਈਲੈਂਸ 'ਚ ਆਪਣੇ ਮਨ ਨੂੰ ਉਸ ਸਰੂਪ 'ਤੇ ਟਿਕਾਉਣਾ। ਜੋਤੀ ਸਰੂਪ ਸ਼ਿਵ ਬਾਬਾ, ਵਾਹਿਗੁਰੂ, ਔਰ ਜੋਤੀ ਸਰੂਪ ਤੁਸੀਂ ਆਤਮਾ। ओम शांति।